ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਨਵੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਗੱਲ ਤੇ ਅਸੀਂ ਕਾਊਂਟਡਾਊਨ ਹੀ ਕਰ ਲਈਏ। 11 ਦਿਨ, ਹੁਣ ਸਿਰਫ 11 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਤੁਸੀਂ ਸੋਚਦੇ ਹੋਵੋਗੇ ਮੈਂ ਹਾਲੀ ਵੀ ਕਾਊਂਟਡਾਊਨ ਤੇ ਹੀ ਲੱਗਾ। ਰੌਲਾ ਇਹ ਕਿ ਇਸ ਵੇਲੇ ਤੱਕ ਵੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨ ਡਿਆ, ਆਇਨ 'ਚ ਤਬਦੀਲੀਆਂ ਤੇ ਕਰ ਦਿੱਤੀਆਂ ਨੇ, ਬਲਕਿ ਆਇਨ ਨੂੰ ਤੇ ਪੁੱਠਾ ਹੀ ਕਰ ਦਿੱਤਾ, ਪੁੱਠਾ ਕਰਕੇ ਟੰਗ ਛੱਡਿਆ। ਲੇਕਿਨ ਜਾਂ ਦੂਸਰਾ ਕਹੋ ਵੀ ਆਇਨ ਦੇ ਖਤਨੇ ਕਰ ਛੱਡੇ ਨੇ। ਉਸ ਦੇ ਬਾਵਜੂਦ ਵੀ ਇਸ ਵੇਲੇ ਤੱਕ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਲੱਭਿਆ। 11 ਦਿਨ ਸਿਰਫ ਰਹਿ ਗਏ ਨੇ। 11 ਦਿਨਾਂ ਬਾਅਦ ਉਹਨਾਂ ਹੋ ਜਾਣਾ ਰਿਟਾਇਰ। ਹੁਣ ਵੇਖਦੇ ਹੁੰਦਾ ਕੀ ਹੈ। ਜ਼ਾਹਿਰ ਹੈ ਮਾਮਲਾ ਤਾਂ ਉਹਨਾਂ ਨੇ ਆਪਣੇ ਆਸਤੇ ਸਿੱਧਾ ਸੁੱਧਾ ਕਰ ਲਿਆ ਹੈ। ਜਿਵੇਂ ਮੰਜੀ ਠੋਕੀ ਦੀ ਹੈ ਨੂਨ ਵਾਲਿਆਂ ਦੀ ਅਤੇ ਪੀਪਲਸ ਪਾਰਟੀ ਦੀ, ਉਹਨਾਂ ਨੇ ਮੰਜੀ ਵੈਸੇ ਤਾਂ ਪੂਰੀ ਕੌਮ ਦੀ ਠੋਕੀ ਉਹਨਾਂ ਨੇ ਮੰਜੀ, ਲੇਕਿਨ ਹੁਣ ਨਾਲ ਲੱਗਦਿਆਂ ਇਹਨਾਂ ਦੀ ਵੀ ਮੰਜੀ ਠੋਕ ਗਏ ਨੇ ਉਹ। ਅਤੇ ਹੁਣ ਲੱਗਦਾ ਹੀ ਹੈ ਕਿ ਉਹ ਚੀਫ ਆਫ ਡਿਫੈਂਸ ਫੋਰਸਿਸ ਆਪਣਾ ਲੈ ਲੈਣਗੇ ਉਹ ਇਹਨਾਂ ਦੇ ਕੋਲੋਂ ਨੋਟੀਫਿਕੇਸ਼ਨ। ਲੇਕਿਨ ਜਿਸ ਵੇਲੇ ਹੋਏਗਾ ਅਤੇ ਉਸ ਵੇਲੇ ਫਿਰ ਤੁਹਾਨੂੰ ਅਗਲੀ ਖਬਰ ਦਿਆਂਗੇ। ਪਹਿਲਾਂ ਨੋਟੀਫਿਕੇਸ਼ਨ ਹੋ ਲੈ, ਫਿਰ ਅਗਲੀ ਗੱਲ ਉਸ ਤੋਂ ਬਾਅਦ ਤੋਰਾਂਗੇ। ਲੇਕਿਨ ਫਿਲਹਾਲ ਕਿਉਂਕਿ ਇਸ ਵੇਲੇ ਜਿਹੜਾ ਇਸ ਵੇਲੇ ਤੱਕ ਮੈਂ ਜਦੋਂ ਤੁਹਾਡੇ ਨਾਲ 18 ਨਵੰਬਰ ਦੀ ਮੰਗਲ ਦੇ ਦਿਹਾੜੇ ਤੱਕ ਮੈਂ ਗੱਲ ਕਰ ਰਿਹਾ ਅਤੇ ਕੋਈ ਸ਼ੈ ਆਸਿਮ ਮੁਨੀਰ ਸਾਹਿਬ ਕੋਲ ਨਹੀਂ ਹੈਗੀ। ਇਸ ਵੇਲੇ ਤੱਕ ਉਹ ਫਾਰਿਗ ਨੇ, ਮਤਲਬ ਜਾਂ ਉਹ ਰਿਟਾਇਰ ਹੋਣਗੇ 29 ਤਾਰੀਖ ਨੂੰ ਅਤੇ ਘਰ ਜਾਣਗੇ, ਅਤੇ ਜਿਹੜੇ ਮਗਰ 5 ਲੈਫਟੀਨੈਂਟ ਜਨਰਲ ਨੇ ਉਹਨਾਂ ਦੇ ਵਿੱਚੋਂ ਕੋਈ ਆਰਮੀ ਚੀਫ ਬਣੇਗਾ ਅਤੇ ਜਾਂ ਫਿਰ ਉਹਨਾਂ ਨੂੰ ਕੋਈ ਨੋਟੀਫਿਕੇਸ਼ਨ ਲੱਭੇਗਾ। ਉਹ ਜਿਹੜੇ ਸਾਨੂੰ ਆਂਦੇ ਸਨ ਨਾ ਵੀ ਨੋਟੀਫਿਕੇਸ਼ਨ ਦੀ ਲੋੜ ਹੀ ਨਹੀਂ, ਉਹ ਸਾਰੇ ਹੁਣ ਚੁੱਪ ਕਰਕੇ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਨੇ ਅਤੇ ਕੋਈ ਗੱਲ ਮਤਲਬ ਕਿ ਸਾਹ ਤੱਕ ਨਹੀਂ ਲੈਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਕੰਮ ਜਿਹੜਾ ਇਸ ਵੇਲੇ ਤੱਕ ਕਿਸੇ ਪਾਸੇ ਲੱਗਿਆ ਨਹੀਂ। ਅੱਛਾ ਜੀ, ਇਹ ਤਾਂ ਗੱਲ ਹੋ ਗਈ। ਹੁਣ ਦੂਜੇ ਪਾਸੇ ਮੁਸੀਬਤ 'ਚ ਫਸ ਗਈ ਇਹ ਅਜ਼ਮਾ ਕਾਰਦਾਰ। ਅੱਛਾ, ਇਹ ਉਜ਼ਮਾ ਹੁੰਦਾ ਨਾ, ਇਹ ਅਜ਼ਮਾ ਬੁਖਾਰੀ ਸਾਹਿਬਾ ਦਾ ਨਾਂ ਕਿਉਂਕਿ ਅਜ਼ਮਾ ਹੈ, ਤਾਂ ਸਾਨੂੰ ਵੀ ਨਾਂ ਹੁਣ ਉਜ਼ਮਾ ਦੇ ਥਾਂ ਅਜ਼ਮਾ ਹੀ ਪੈ ਗਿਆ। ਉਜ਼ਮਾ ਕਾਰਦਾਰ ਸਾਹਿਬਾ ਜਿਹੜੀਆਂ ਨੇ ਉਹਨਾਂ ਦਾ ਕੜਮਸ ਪੈ ਗਿਆ ਮਰੀਮ ਦੇ ਨਾਲ, ਅਤੇ ਉਹਨਾਂ ਨੇ ਔਡਰ ਕਰ ਦਿੱਤੇ ਨੇ ਇੰਗਲੈਂਡ ਤੋਂ ਪਹੁੰਚਦਿਆਂ ਵੀ ਇਹਨੂੰ ਕੱਢ ਦਿਓ, ਪਾਰਟੀ 'ਚੋਂ ਕੱਢ ਦਿਓ, ਇਹਨੂੰ ਪ੍ਰੋਵਿੰਸ਼ੀਅਲ ਅਸੈਂਬਲੀ ਤੋਂ ਵੀ ਕੱਢ ਦਿਓ ਅਤੇ ਇਹਨਾਂ ਨੂੰ ਕੱਢ ਦਿਓ। ਸਾਡੇ ਤੋਂ ਵੱਡੇ ਨੇ ਅਜ਼ਮਾ ਕਾਰਦਾਰ ਸਾਹਿਬਾ, ਅਤੇ ਉਜ਼ਮਾ ਕਾਰਦਾਰ ਸਾਹਿਬਾ ਨੂੰ ਅਸੀਂ ਇਹ ਤਾਂ ਨਹੀਂ ਆਖਾਂਗੇ ਜਿਸ ਤਰੀਕੇ ਨਾਲ ਮਰੀਮ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਮਰੀਮ ਬਾਜੀ ਨੇ, ਉਹ ਤੁਹਾਡੇ ਸਾਹਮਣੇ ਅਸੀਂ ਨਹੀਂ ਰੱਖ ਸਕਦੇ। ਲੇਕਿਨ ਜਿਹੜੇ ਸਾਡੇ ਜ਼ਰਾਏ ਕਲੇਮ ਕਰ ਰਹੇ ਨੇ ਕਿ ਉਹਨਾਂ ਗੁੱਸੇ ਨਾਲ ਕਿਹਾ ਵੀ ਇਹ ਕੌਣ ਹੈ ਬੇਵਕੂਫ ਔਰਤ। ਪਤਾ ਤਾਂ ਹੈ ਉਹਨਾਂ ਨੂੰ ਕਿ ਕੌਣ ਹੈ, ਲੇਕਿਨ ਜਿਸ ਤਰ੍ਹਾਂ ਬੰਦਾ ਮੁਹਾਵਰਤਨ ਕਹਿੰਦਾ ਹੈ, ਜਿੱਥੇ ਮੀਟਿੰਗ ਹੋ ਰਹੀ ਸੀ ਉੱਥੇ ਉਹਨਾਂ ਨੇ ਕਿਹਾ ਕਿ ਬੇਵਕੂਫ ਔਰਤ ਕੌਣ ਹੈ, ਇਹਦਾ ਮੂੰਹ ਬੰਦ ਕਰੋ ਕਿਸੇ ਤਰੀਕੇ ਨਾਲ ਅਤੇ ਇਹਨੂੰ ਕੱਢ ਦਿਓ। ਖੈਰ, ਹੁਣ ਮਰੀਮ ਸਾਹਿਬਾ ਨੂੰ ਉਸ ਤੋਂ ਬਾਅਦ 2-4 ਘੰਟੇ ਬਾਅਦ ਇਹ ਸਮਝਾਇਆ ਗਿਆ ਕਿ ਜੀ ਇੰਜ ਇਹਨਾਂ ਨੂੰ ਕੱਢਿਆ ਨਹੀਂ ਜਾ ਸਕਦਾ ਪਾਰਟੀ 'ਚੋਂ, ਕਿਉਂਕਿ ਇਹ MPA ਨੇ, ਇਹਨਾਂ ਦੇ ਖਿਲਾਫ ਰੈਫਰੈਂਸ ਭੇਜਣਾ ਪਏਗਾ, ਬਦਨਾਮੀ ਹੋਰ ਹੋਏਗੀ, ਪਤਾ ਲੱਗ ਜਾਏਗਾ ਸਾਰਿਆਂ ਨੂੰ ਕਿ ਇਹਨਾਂ ਨੇ ਤੁਹਾਨੂੰ ਬੇਵਕੂਫ ਆਖਿਆ ਹੈ। ਹਾਂਜੀ, ਅਕਲ ਤੋਂ ਖਾਲੀ ਆਖਿਆ। ਇਹ ਨੂਨ ਲੀਗ ਦੀ ਆਪਣੀ MPA ਨੇ ਉਜ਼ਮਾ ਕਾਰਦਾਰ ਸਾਹਿਬਾ। ਉਹਨਾਂ ਨੇ ਆਖਿਆ ਕੀ ਸੀ, ਉਹਨਾਂ ਕੋਲੋਂ ਪੁੱਛਿਆ ਗਿਆ ਹੈ ਇੱਕ ਇੰਟਰਵਿਊ 'ਚ ਕਿ ਇਮਰਾਨ ਖਾਨ ਕਿ ਕੋਈ ਗੱਲ ਸੁਣਾਓ। ਉਹਨਾਂ ਕਿਹਾ ਜੀ ਗੱਲ ਇਹ ਕਿ ਮਰੀਮ ਮੇਰੇ ਕੋਲੋਂ ਬਾਰ-ਬਾਰ ਪੁੱਛਦੀ ਸੀ ਕਿ ਇਮਰਾਨ ਖਾਨ ਤੇਰੇ ਬਾਰੇ ਕੀ ਸੋਚਦਾ ਹੈ, ਅਤੇ ਮੈਂ ਆਖਿਆ ਵੀ ਮੈਂ ਨਹੀਂ ਦੱਸਣਾ। ਫਿਰ ਉਹਨਾਂ ਨੇ ਕਿਹਾ ਵੀ ਨਹੀਂ ਦੱਸ ਦੇ। ਉਹਨੇ ਕਿਹਾ ਅੱਛਾ, ਫਿਰ ਮੈਂ ਦੱਸ ਦਿੱਤਾ ਵੀ ਇਮਰਾਨ ਖਾਨ ਆਂਦਾ ਹੈ ਵੀ ਉਹ ਸਮਝਦਾ ਹੈ, ਇਮਰਾਨ ਖਾਨ ਸਾਹਿਬ ਇਹ ਸਮਝਦੇ ਨੇ ਵੀ ਉਜ਼ਮਾ ਕਾਰਦਾਰ ਸਾਹਿਬਾ ਨੇ ਇਹ ਦੱਸ ਦਿੱਤਾ ਮਰੀਮ ਸਾਹਿਬਾ ਨੂੰ ਉਹਨਾਂ ਦੇ ਮੂੰਹ 'ਤੇ ਹੀ ਕਿ ਇਮਰਾਨ ਖਾਨ ਸਾਹਿਬ ਇਹ ਸਮਝਦੇ ਨੇ ਵੀ ਤੁਹਾਡਾ ਉਤਲਾ ਖਾਨਾ ਖਾਲੀ ਹੈ। ਅੱਛਾ, ਹੁਣ ਉਜ਼ਮਾ ਕਾਰਦਾਰ ਸਾਹਿਬਾ ਕਿਉਂਕਿ ਸਾਡੀ MPA ਸਨ, ਕੋਈ ਮੇਨ ਲੀਡਰਸ਼ਿਪ ਦੇ ਵਿੱਚ ਤਾਂ ਨਹੀਂ ਸਨ ਅਤੇ ਕਰੀਬ ਵੀ ਨਹੀਂ ਸਨ ਪਾਰਟੀ ਦੇ ਹਲਕਿਆਂ ਦੇ, ਅਤੇ ਸ਼ੁਕਰ ਹੈ ਉਹਨਾਂ ਨੇ ਅੱਧੀ ਗੱਲ ਹੀ ਦੱਸੀ ਹੈ ਅਕਲ ਦੇ ਬਾਰੇ। ਕਿਤੇ ਉਹ ਲਾਗੇ ਕੰਮ ਕੀਤਾ ਹੁੰਦਾ ਖਾਨ ਸਾਹਿਬ ਨਾਲ, ਅਤੇ ਜਿਹੜੀ ਗੱਲ ਅਸੀਂ ਦੱਸਣੀ ਸੀ ਉਹ ਤੁਸੀਂ ਹੱਸ ਕੇ ਕੁਰਸੀ ਤੋਂ ਡਿੱਗ ਜਾਣਾ ਸੀ। ਇਸ ਲਈ ਮੈਂ ਅਜੇ ਉਹ ਗੱਲ ਨਹੀਂ ਦੱਸਣੀ। ਖਾਨ ਸਾਹਿਬ ਜੇਲੋਂ ਬਾਹਰ ਆਉਣਗੇ ਕਦੀ ਅਤੇ ਉਹਨਾਂ ਨੂੰ ਹੀ ਆਖਾਂਗਾ ਵੀ ਤੁਸੀਂ ਜ਼ਰਾ ਦੱਸੋ, ਗੱਲ ਅਕਲ ਦੇ ਬਾਰੇ ਹੀ ਹੈ। ਅਤੇ ਲੇਕਿਨ ਮੈਂ ਪੂਰੀ ਗੱਲ ਵਾਕਿਆ ਜਿਹੜਾ ਉਹ ਤੁਹਾਨੂੰ ਨਹੀਂ ਦੱਸਣਾ। ਲੇਕਿਨ ਉਜ਼ਮਾ ਕਾਰਦਾਰ ਸਾਹਿਬਾ ਨੇ ਜਿਹੜਾ ਹੈ ਉਹ ਕੀ ਆਖਿਆ ਉਹ ਪਹਿਲਾਂ ਸੁਣ ਲਓ ਇੱਕ ਵਾਰੀ, ਅਤੇ ਫਿਰ ਤੁਹਾਨੂੰ ਦੱਸਦਾ ਵੀ ਅੱਗੋਂ ਉਹ ਕਿਹੜੀ ਮੁਸੀਬਤ 'ਚ ਪਏ ਨੇ। मेरे मुलाकातें बड़ी मरियम नवाज से जान पहचान हुई। कई दफा उन्होंने मुझसे पूछा भी बताओ तो सही मेरे मुतालिक क्या कहता था वो। आपसे पूछा? अच्छा मैं पहले तो घबराती थी, मैंने कहा नहीं मैंने नहीं बता रहा। अच्छा, जाहिर है कोई अच्छी बात तो नहीं उसके मुंह से निकली होगी ना। नहीं बताओ मुझे वो क्या कहता था। मैंने कहा जी नंबर 1 तो वो कहता था कि आपका ऊपर वाला डब्बा खाना खाली था। ठीक है, ਸੁਣ ਲਿਆ ਜੇ। ਹੁਣ ਉਜ਼ਮਾ ਕਾਰਦਾਰ ਸਾਹਿਬਾ ਨੇ ਤਾਂ ਇਹ ਜਿਹੜਾ ਤੁਸੀਂ ਆਖੋ ਵੀ ਬੰਬ ਪਾੜ ਦਿੱਤਾ। ਮਰੀਮ ਸਾਹਿਬਾ ਉਸ ਵੇਲੇ ਇੰਗਲੈਂਡ ਸਨ, ਉਹਨਾਂ ਨੂੰ ਪਤਾ ਲੱਗਾ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਉਹ ਵਾਪਸ ਆਏ ਨੇ ਅਤੇ ਉਹਨਾਂ ਨੇ ਕਿਹਾ ਇਹਨਾਂ ਨੂੰ ਫਾਰਗ ਕਰ ਦਿਓ। ਹੁਣ ਉਹਨਾਂ ਨੂੰ ਸਮਝਾਇਆ ਗਿਆ ਕਿ MPA ਨੇ ਇਹਨਾਂ ਨੂੰ ਫਾਰਗ ਕੀਤਾ ਅਤੇ ਤੁਹਾਡੇ ਗਲ ਪੈ ਜਾਏਗੀ ਗੱਲ, ਦੁਨੀਆ ਨੂੰ ਪੱਕਾ ਹੀ ਪਤਾ ਲੱਗ ਜਾਏਗਾ ਵੀ ਤੁਸੀਂ ਇਹਦੇ ਕੋਲੋਂ ਪੁੱਛਦੇ ਵੀ ਰਹੇ ਹੋ
ਇਹਨਾਂ ਦੇ ਕੋਲੋਂ, ਔਰ ਇਹਨਾਂ ਨੇ ਜਿਹੜੀ ਗੱਲ ਕੀਤੀ ਉਹਦਾ ਤੁਹਾਨੂੰ ਗੁੱਸਾ ਵੀ ਲੱਗਾ ਵੀ ਤੁਸੀਂ ਉੱਤੋਂ ਖਾਲੀ ਹੋ, ਤੇ ਇੱਥੋਂ ਤੇ ਪੱਕਾ ਹੀ ਸਾਬਤ ਹੋ ਜਾਏਗਾ ਕਿ ਤੁਸੀਂ ਉਤਲੇ ਪਾਸਿਓਂ ਖਾਲੀ ਹੋ। ਹੁਣ ਪਤਾ ਨਹੀਂ ਮਰੀਮ ਨਵਾਜ਼ ਸਾਹਿਬਾ ਮੁੜਦੇ ਨੇ ਕਿ ਨਹੀਂ ਮੁੜਦੇ, ਜਾਂ ਉਜ਼ਮਾ ਕਾਰਦਾਰ ਨੂੰ ਕੱਢ ਕੇ ਹੀ ਬਾਜ਼ ਆਉਣਗੇ। ਲੇਕਿਨ ਇਸ ਵੇਲੇ ਉਜ਼ਮਾ ਕਾਰਦਾਰ ਸਾਹਿਬਾ ਦੇ ਆਲੇ ਦੁਆਲੇ ਲਾਲ ਗੋਲਦਾਰਾ ਲੱਗ ਗਿਆ, ਤੇ ਹੁਣ ਵੇਖਦੇ ਅੱਗੋਂ ਕੀ ਹੁੰਦਾ। ਅੱਛਾ, ਉਜ਼ਮਾ ਕਾਰਦਾਰ ਸਾਹਿਬਾ ਨੂੰ ਵੀ ਦੱਸ ਦਿੱਤਾ ਗਿਆ ਹੈ ਸਾਰੀ ਗੱਲ, ਉਹ ਹੁਣ ਗੁੱਸੇ 'ਚ ਆ ਕੇ ਤੇ ਗਾਲਾਂ ਦੇਣ ਡਈਆਂ ਨੇ। ਹਾਂਜੀ, ਇਹ ਸਾਡੇ ਤੋਂ ਵੱਡੇ ਨੇ, ਇਸ ਲਈ ਅਸੀਂ ਬਦਤਮੀਜ਼ੀ ਤਾਂ ਕੋਈ ਨਹੀਂ ਕਰ ਸਕਦੇ, ਲੇਕਿਨ ਉਜ਼ਮਾ ਕਾਰਦਾਰ ਸਾਹਿਬਾ ਜਿਹੜੀਆਂ ਨੰਗੀਆਂ ਗੰਦੀਆਂ ਗਾਲਾਂ ਹੁਣ ਕੱਢ ਰਹੀਆਂ ਨੇ। ਇੱਕ ਅੱਧੀ ਵੀਡੀਓ ਵੀ ਸਾਹਮਣੇ ਆਈ ਹੈ, ਤੇ ਉਹ ਮਾਸੀ ਕਹਿ ਸਕਦੇ ਉਹਨਾਂ ਨੂੰ ਅਸੀਂ, ਸਾਡੇ ਤੋਂ ਵੱਡੇ ਨੇ, ਤੇ ਉਹ ਮਾਸੀ ਸਾਡੀ ਜਿਹੜੀ ਹੈ ਉਹ ਇਸ ਵੇਲੇ ਗੰਦੀਆਂ ਹੀ ਗਾਲਾਂ ਕੱਢ ਰਹੀ ਹੈ, ਤੇ ਗਲਤੀ ਉਹਨਾਂ ਕੋਲੋਂ ਆਪੇ ਹੋਈ ਹੈ। ਜ਼ਾਹਿਰ ਹੈ ਉੱਥੇ ਕੋਈ ਨੂਨ ਲੀਗ ਵਾਲਾ ਤਾਂ ਨਹੀਂ ਸੀ ਬੈਠਾ, ਉੱਥੇ ਇੱਕ ਪਟਵਾਰੀ ਨੂੰ ਇੰਟਰਵਿਊ ਦੇ ਰਹੀਆਂ ਸਾਨੂੰ, ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਗੱਲ ਖੋਲ੍ਹ ਦਿੱਤੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਨਾਂ ਦਾ ਜਿਹੜਾ ਫਿਲਟਰ ਹੈ ਨਾ ਉਹ ਕਮਜ਼ੋਰ ਹੈ, ਇੱਥੇ ਫਿਲਟਰ ਕੋਈ ਨਹੀਂ ਹੈ, ਕੁਛ ਵੀ ਬੋਲ ਦਿੰਦੇ ਨੇ। ਇੱਕ ਵਾਰੀ ਮੈਨੂੰ ਯਾਦ ਆਇਆ ਕਿ ਅਸੀਂ ਨਨਕਾਣਾ ਸਾਹਿਬ ਦੇ ਇਲਾਕੇ ਦੇ ਵਿੱਚ, ਇਹ ਸਾਰਾ ਜਿਹੜਾ ਇਲਾਕਾ ਇੱਥੇ ਸ਼ਜਰਕਾਰੀ ਦੀ ਮੁਹਿੰਮ ਦੇ ਦੌਰਾਨ ਦਰਿਆ ਦੇ ਲਾਗੇ ਇੱਕ ਜੰਗਲ ਲਵਾਇਆ ਸੀ ਇਮਰਾਨ ਖਾਨ ਸਾਹਿਬ ਨੇ, ਤੇ ਉਹਦਾ ਇਫਤਤਾਹ ਕਰਨ ਗਏ ਉੱਥੇ। ਹੁਣ ਉੱਥੇ ਪ੍ਰਾਈਮ ਮਿਨਿਸਟਰ ਸਾਹਿਬ ਬੈਠੇ ਨੇ ਤੇ ਇਫਤਤਾਹ ਹੋਣਾ ਹੈ, ਤੇ ਉੱਥੇ ਜ਼ਾਹਿਰ ਹੈ ਸਿਕਿਉਰਿਟੀ, ਕਿਉਂਕਿ ਖੁੱਲੀ ਜਗ੍ਹਾ 'ਤੇ ਸਾਂ, ਬਿਲਕੁਲ ਖੁੱਲ੍ਹੇ ਮੈਦਾਨ 'ਚ ਤੁਸੀਂ ਕਹਿ ਲਓ, ਖੁੱਲ੍ਹੀ ਜਗ੍ਹਾ 'ਤੇ ਸਾਂ, ਅਤੇ ਉੱਥੇ ਸਿਕਿਉਰਿਟੀ ਵੀ ਲੱਗੀ, ਅਤੇ ਉਹ ਜ਼ਾਹਿਰ ਹੈ ਪ੍ਰਾਈਮ ਮਿਨਿਸਟਰ ਦੇ ਲਾਗੇ ਆਉਣ ਤੋਂ ਪਹਿਲਾਂ ਸਿਕਿਉਰਿਟੀ ਕਲੀਅਰੈਂਸ ਚਾਹੀਦੀ ਹੁੰਦੀ ਹੈ। ਇਹ ਉਜ਼ਮਾ ਕਾਰਦਾਰ ਸਾਹਿਬਾ ਜਿਹੜੇ ਨੇ, ਇਹਨਾਂ ਨੇ ਜਨਾਬ ਦੂਰੋਂ ਕਾਫੀ ਦੂਰ ਇੱਕ ਤੁਸੀਂ ਇਹ ਕਹਿ ਲਓ ਕਿ ਉਹਨੂੰ ਤੁਸੀਂ ਇਹ ਕਹੋ ਕਿ ਬਾਰਡ ਲਾਈ ਹੋਈ ਸੀ ਖਾਰਦਾਰ ਤਾਰ ਦੀ, ਜਿਸ ਤਰ੍ਹਾਂ ਕਿ ਸਿਕਿਉਰਿਟੀ ਰਵੇ। ਇਹਨਾਂ ਨੇ ਉਹ ਬਾਰਡ ਦੇ ਉੱਤੋਂ ਦੀ ਇਹ ਟੱਪੇ ਉਜ਼ਮਾ ਕਾਰਦਾਰ ਸਾਹਿਬਾ ਛਾਲ ਮਾਰ ਕੇ। ਸ਼ੁਕਰ ਅੱਲਾ ਦਾ ਕਿ ਕਿਸੇ ਸਿਕਿਉਰਿਟੀ ਵਾਲੇ ਨੇ ਮਤਲਬ ਕੌਨਸ਼ੀਅਸ ਹੋ ਕੇ ਗੋਲੀ ਨਹੀਂ ਚਲਾਤੀ। ਇਹਨਾਂ ਜਨਾਬ ਲਾਤੀ ਦੌੜ ਪ੍ਰਾਈਮ ਮਿਨਿਸਟਰ ਵਾਲੇ ਪਾਸੇ ਨੂੰ। ਅੱਛਾ, ਉਹ ਵਾਹਵਾ ਇਹ ਦੂਰ ਬੈਠੇ ਸਨ ਉੱਥੋਂ, ਮੇਰਾ ਮਤਲਬ ਹੈ ਕਿ ਕਾਫੀ ਪੰਧ ਸੀ, ਮਤਲਬ ਕੋਈ ਤੁਸੀਂ ਕਹਿ ਲਓ ਕਿ 150 ਮੀਟਰ ਹੋਏਗਾ, ਕਮ ਅਜ਼ ਕਮ 100 ਮੀਟਰ ਹੋਏਗਾ ਜਿੱਥੋਂ ਇਹਨਾਂ ਛਾਲ ਮਾਰੀ। ਅਤੇ ਉਹ ਸਿਕਿਉਰਿਟੀ ਇਹ ਨਾਲ ਨੂੰ ਭੱਜੀ, ਅਤੇ ਪਿੱਛੋਂ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਨਹੀਂ ਕੁਛ ਨਾ ਆਖੋ। ਉਹਨਾਂ ਨੂੰ ਸਮਝ ਆ ਗਈ ਕਿ ਕਿਤੇ ਸਿਕਿਉਰਿਟੀ ਵਾਲੇ ਕੋਈ ਕੰਮ ਖਰਾਬ ਨਾ ਕਰ ਬੈਣ। ਅਤੇ ਮਤਲਬ ਉੱਤੋਂ ਇਹ ਮਾਸੀ ਸਾਡੀ ਜਿਹੜੀ ਇੱਥੋਂ ਬਿਲਕੁਲ ਢਿੱਲੀ ਹੈ। ਕੋਈ ਯਾਦ ਹੈ ਨਾ ਤੁਹਾਨੂੰ ਕਿ ਇੱਕ ਵਾਰੀ ਮਰੀਮ ਸਾਹਿਬਾ ਨੂੰ ਮਿਲਣ ਲੱਗੇ ਸਨ, ਉਹ ਪੂੜੀਆਂ ਖਾਣ ਡਏ ਸਨ। ਉਹ ਕੱਲ੍ਹ ਐਸ ਅਹਿਮਦ ਕਹਿਣ ਡਿਆ ਸੀ ਕਿ ਐਸ ਅਹਿਮਦ ਹੈ ਨਾ ਮੁੰਡਾ, ਉਹ ਵੀ ਬੜਾ ਹੀ ਸ਼ੈਤਾਨ ਹੈ। ਐਸ ਅਹਿਮਦ ਜਿਹੜਾ ਨਾ ਭਈ ਅੱਲਾ ਹੀ ਮਾफ़ ਕਰੇ ਇਸ ਮੁੰਡੇ ਕੋਲੋਂ। ਮੈਨੂੰ ਸਮਝ ਹੈ ਵੀ ਤੁਹਾਡੇ 'ਚੋਂ ਬੜੇ ਸਾਰੇ ਉਹਨਾਂ ਦਾ ਵੀਲਾਗ ਸੁਣਦੇ ਨੇ ਰੋਜ਼, ਔਰ ਸੁਣਨਾ ਤੁਹਾਡਾ ਬਣਦਾ ਵੀ ਹੈ। ਮੈਨੂੰ ਸਮਝ ਵੀ ਹੈ ਵੀ ਕਿਉਂ ਸੁਣਦੇ ਹੋ, ਕਿਉਂਕਿ ਜਿਹੜੇ ਮਸਾਲੇ ਉਹ ਛੱਡਦੇ ਨੇ, ਹੋਰ ਤਾਂ ਕੋਈ ਛੱਡ ਹੀ ਨਹੀਂ ਸਕਦਾ। ਜਿਹੜਾ ਸੌਦਾ ਉਹਨਾਂ ਦੇ ਕੋਲ ਹੈ, ਹੋਰ ਤਾਂ ਕੋਈ ਨਹੀਂ ਵੇਚ ਸਕਦਾ ਉਹ ਸੌਦਾ। ਅਤੇ ਉਹ ਬਹਰਹਾਲ ਉਹ ਸ਼ੈਤਾਨ ਹੈ ਆਦਮੀ। ਉਹਨੇ ਕੱਲ੍ਹ ਦੱਸਿਆ ਵੀ ਖਾਲਾ ਤੁਹਾਨੂੰ ਕਿਹਨੇ ਕਿਹਾ ਸੀ ਕਿ ਤੁਸੀਂ ਜਿਹੜਾ ਉਹ ਸੇਰ ਪੂੜੀਆਂ ਹੀ ਖਾ ਜਾਓ। ਉਹ ਪੂੜੀਆਂ ਦੇ ਨਾਲ ਹੱਥ ਲਿਬੜਿਆ ਸੀ, ਅਤੇ ਜਾ ਇਹਨਾਂ ਜੱਫੀ ਪਾਈ ਬਾਜੀ ਨੂੰ, ਅਤੇ ਉਹ ਬਾਜੀ ਦੇ ਪੂੜੀਆਂ ਵਾਲਾ ਹੱਥ ਲੱਗਾ ਜਾ ਕੇ, ਤੋਂ ਬਾਜੀ ਨੇ ਮਤਲਬ ਝਟਕ ਕੇ ਪਿੱਛੇ ਕੀਤਾ। ਅਤੇ ਉਦੋਂ ਤੋਂ ਇਹਨਾਂ ਨੂੰ ਵੱਟ ਸੀ ਅਸਲ ਦੇ ਵਿੱਚ, ਉਜ਼ਮਾ ਕਾਰਦਾਰ ਸਾਹਿਬਾ ਨੂੰ ਉਦੋਂ ਤੋਂ ਵੱਟ ਸੀ ਬਾਜੀ ਮਰੀਮ ਦੇ ਉੱਤੇ, ਅਤੇ ਉਹ ਵੱਟ ਇਹ ਕੱਢਣਾ ਚਾਹੁੰਦੇ ਸਨ। ਅਤੇ ਉਹਨਾਂ ਨੇ ਵੱਟ ਕੱਢਦਿਆਂ ਬਾਜੀ ਦੇ ਹੀ ਵੱਟ ਕੱਢ ਦਿੱਤੇ। ਅਤੇ ਇਹ ਵੱਟ ਵੀ ਵੈਸਾ ਕੈਸਾ ਲਫ਼ਜ਼ ਹੈ, ਵੱਟੋ ਵੱਟ, ਅਤੇ ਵੱਟ ਕੱਢ ਦੇਣੇ ਨੇ। ਅਤੇ ਅੱਜ ਵੱਟ ਬੜਾ ਹੈ ਅਤੇ ਤੂੰ ਬੜਿਆ ਵਟਿਆ ਫਿਰਦਾ, ਮੈਂ ਤੇਰੇ ਵੱਟ ਕੱਢ ਦੇਣੇ ਨੇ। ਮਤਲਬ ਇੱਕ ਹੀ ਲਫ਼ਜ਼ ਕਈਆਂ ਥਾਵਾਂ 'ਤੇ ਇਸਤੇਮਾਲ ਕਰ ਸਕਦੇ ਹੋ। ਅਤੇ ਉਹ ਜਿਹੜਾ ਵੱਟ ਸੀ ਉਜ਼ਮਾ ਕਾਰਦਾਰ ਸਾਹਿਬਾ ਨੂੰ, ਉਹਨਾਂ ਨੇ ਬਾਜੀ ਦੇ ਹੀ ਆਖਰ ਵੱਟ ਕੱਢ ਦਿੱਤੇ ਨੇ। ਅਤੇ ਹੁਣ ਵੇਖਦੇ ਹਾਂ, ਇਹ ਕੜਮਾਸ ਚੰਗਾ ਪਿਆ ਆਉਣ ਵਾਲੇ ਦਿਨਾਂ 'ਚ ਵੇਖਦੇ ਹਾਂ। ਇਸ ਵੇਲੇ ਤਾਂ ਉਜ਼ਮਾ ਕਾਰਦਾਰ ਸਾਹਿਬਾ ਗੰਦੀਆਂ ਗਾਲਾਂ ਦੇ ਰਹੇ ਨੇ ਸਾਰਿਆਂ ਨੂੰ, ਵੇਖਦੇ ਹਾਂ ਅੱਗੋਂ ਕੀ ਬਣਦਾ। ਅੱਛਾ ਜੀ, ਮੋਹਸਨ ਨਕਵੀ ਸਾਹਿਬ ਅੱਪੜ ਗਏ ਏਅਰਪੋਰਟ ਦੇ ਉੱਤੇ, ਨਾਲ ਵਫਾਕੀ ਵਜ਼ੀਰ ਚੌਧਰੀ ਸਾਲਕ ਹੁਸੈਨ ਸਾਹਿਬ ਵੀ ਪਹੁੰਚ ਗਏ। ਉੱਥੇ ਜਾ ਕੇ ਲੋਕਾਂ ਦੇ ਪਾਸਪੋਰਟ ਚੈੱਕ ਕਰਦੇ ਰਹੇ। ਅੱਛਾ, ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜਾ ਵੀ ਆਪਰੇਸ਼ਨ ਹੁੰਦਾ ਮਾੜੇ 'ਤੇ ਹੁੰਦਾ ਇਸ ਮੁਲਕ ਦੇ ਵਿੱਚ। ਜਿਹੜਾ ਆਪਰੇਸ਼ਨ ਵੀ ਹੁੰਦਾ ਉਹ ਮਾੜੇ 'ਤੇ ਹੁੰਦਾ, ਤਗੜੇ 'ਤੇ ਨਹੀਂ ਹੁੰਦਾ। ਅੱਛਾ, ਹੁਣ ਮਾੜੇ ਬੰਦੇ ਪਾਕਿਸਤਾਨ 'ਚ ਕੀ ਕਰਦੇ ਨੇ? ਏਜੰਟਾਂ ਨੂੰ ਪੈਸੇ ਦਿੰਦੇ ਨੇ, ਡਰਾਈਵਰ ਦਾ ਵੀਜ਼ਾ ਲਵਾਉਂਦੇ ਨੇ, ਬਾਹਰ ਚਲੇ ਜਾਂਦੇ ਨੇ। ਬਾਹਰ ਡਰਾਈਵਰ ਦੀ ਨੌਕਰੀ ਅਗਰ ਉਹਨੂੰ ਲੱਭਣੀ ਹੋਵੇ ਤਾਂ ਉੱਥੇ ਹੀ ਡਰਾਈਵਿੰਗ ਸਿੱਖ ਕੇ ਉੱਥੇ ਹੀ ਲਾਇਸੈਂਸ ਬਣਵਾਉਂਦੇ ਨੇ, ਕਿਉਂਕਿ ਪਾਕਿਸਤਾਨ ਦੇ ਲਾਇਸੈਂਸ ਨੂੰ ਤਾਂ ਉਹ ਮੰਨਦੇ ਨਹੀਂ। ਅਤੇ ਉਹ ਫਿਰ ਉੱਥੇ ਹੀ ਸਿੱਖ ਲੈਂਦੇ ਨੇ, 2-3 ਮਹੀਨੇ 'ਚ ਡਰਾਈਵਰੀ ਸਿੱਖ ਕੇ, ਅਤੇ ਆਪਣਾ ਮੇਰਾ ਮਤਲਬ ਹੈ ਕਿ ਉੱਥੇ ਲਾਇਸੈਂਸ ਲੈ ਲੈਂਦੇ ਨੇ। ਜਾਂ ਵੀਜ਼ਾ ਡਰਾਈਵਰ ਦਾ ਹੁੰਦਾ, ਉੱਥੇ ਜਾ ਕੇ ਕੁੱਕ ਦੀ ਜਾਂ ਕੋਈ ਹੋਰ ਨੌਕਰੀ ਕਰਦੇ ਨੇ। ਇਹ ਹੁਣ ਜਿਹੜੇ ਦੋ ਤੁਹਾਨੂੰ ਪਤਾ 9 ਰਤਨ ਨੇ ਇਸ ਵੇਲੇ, ਜਿਹੜੇ 9 ਰਤਨ ਨੇ ਫੀਲਡ ਮਾਰਸ਼ਲ ਸਾਹਿਬ ਦੇ, ਉਹਨਾਂ 'ਚੋਂ ਇੱਕ ਮੋਹਸਨ ਨਕਵੀ ਸਾਹਿਬ ਵੀ ਨੇ, ਅਤੇ ਨਾਲ ਚਲੋ ਅੱਧੇ ਕੁ ਰਤਨ, ਪੌਣੇ ਕੁ ਰਤਨ ਜਿਹੜੇ ਨੇ ਉਹ ਸਾਲਕ ਸਾਹਿਬ ਵੀ ਨੇ। ਇਹਨਾਂ ਜਾ ਕੇ ਮੈਂ ਤੁਹਾਨੂੰ ਦੱਸਿਆ ਨਾ ਵੀ ਮਾੜੇ ਦੇ ਉੱਤੇ ਹੀ ਧੱਕਾ। ਮਾੜੇ ਬੰਦੇ ਨੂੰ ਹੈਲਮਟ 'ਤੇ ਵੀ ਤੁੰਨ ਦੇਣਗੇ, ਮਾੜੇ ਬੰਦੇ ਨੂੰ ਚਪੇੜਾਂ ਮਾਰਨਗੇ, ਮਾੜੇ ਬੰਦੇ ਦੀਆਂ ਜਿਹੜੇ ਠਹਿਲੇ ਨੇ ਉਲਟਾ ਦੇਣਗੇ, ਸਬਜ਼ੀ ਵਾਲੇ, ਕਿਸੇ ਦੇ ਕੋਈ ਹੋਰ ਸ਼ੈ ਵਾਲੇ। ਹਰ ਅਜ਼ਾਬ ਇੱਥੇ ਮਾੜੇ 'ਤੇ। ਮਤਲਬ ਜਿਹੜਾ ਤਗੜਾ ਹੈ ਨਾ, ਉਹਨੂੰ ਜੋ ਉਸ ਵੇਲੇ ਸ਼ੂਗਰ ਮਿੱਲਾਂ ਨੂੰ ਲੱਭਦਾ ਸੀ, ਅੱਜ ਵੀ ਉਹੀ ਲੱਭਦਾ। ਜੋ ਉਸ ਵੇਲੇ ਬੜੇ ਬੜੇ ਇੰਡਸਟਰੀਅਲ ਯੂਨਿਟ ਨੂੰ ਲੱਭਦਾ ਸੀ, ਅੱਜ ਵੀ ਲੱਭਦਾ। ਲੇਕਿਨ ਮਾੜੇ ਦਾ ਹੈਲਥ ਕਾਰਡ ਵੀ ਬੰਦ ਕਰ ਦਿੱਤਾ। ਮਾੜੇ ਦੀ ਹਰ ਸ਼ੈ ਜਿਹੜੀ ਆ ਉਹਨੂੰ 352 ਉਹਦੇ 'ਤੇ ਲਾਇਆ।
ਹੁਣ ਇਹ ਮਾੜਾ ਜਿਹੜਾ ਵੀਜ਼ੇ ਲਵਾ ਕੇ ਪੈਸੇ ਦੇ ਕੇ ਪਤਾ ਨਹੀਂ ਕਿਵੇਂ ਜਾ ਰਿਹਾ ਸੀ, ਮੋਹਸਿਨ ਨਕਵੀ ਸਾਹਿਬ ਨੇ ਕਿਹਾ ਵੀ ਇੱਧਰ ਆ ਵੀ ਕਾਕਾ, ਇੱਧਰ ਆ, ਮੈਂ ਹਵਾਲਦਾਰ ਹਾਂ ਨਵਾਂ। ਉਹਨਾਂ ਕਿਹਾ ਪਾਸਪੋਰਟ ਵਿਖਾ। ਹਾਂ ਵੀ ਕਿੱਥੇ ਜਾ ਰਹੇ ਆ? ਉਹਨੇ ਕਿਹਾ ਜੀ ਫਲਾਣੇ ਥਾਂ 'ਤੇ। ਕਿਹੜੇ ਵੀਜ਼ੇ 'ਤੇ ਜਾ ਰਹੇ ਆ ਜੀ? ਡਰਾਈਵਰ 'ਤੇ। ਤੇਰੇ ਕੋਲ ਡਰਾਈਵਰ ਲਾਇਸੈਂਸ ਹੈ? ਉਹਨੇ ਕਿਹਾ ਜੀ ਨਹੀਂ। ਤੂੰ ਕਿਵੇਂ ਜਾ ਸਕਦਾ? ਚੱਲ ਲੈ ਜਾ ਜਹਾਜ਼ ਤੋਂ ਥੱਲੇ। ਉਹ ਬਦਬਖਤੋ ਤੁਹਾਡਾ ਲਾਇਸੈਂਸ ਉੱਥੇ ਚੱਲਦਾ ਹੈ ਜਿਹੜਾ ਉਹ ਲੈ ਕੇ ਜਾਵੇ ਇੱਥੋਂ, ਉੱਥੇ ਬਣਵਾਏਗਾ ਜਾ ਕੇ ਲਾਇਸੈਂਸ ਜ਼ਾਹਿਰ ਹੈ। ਮੈਂ ਤਾਂ ਹੈਰਾਨ ਹੈ ਇਹਨਾਂ ਲੋਕਾਂ ਦੇ ਉੱਤੋਂ ਕਿ ਇਹ ਕਰਦੇ ਕੀ ਨੇ ਅਤੇ ਕਿਉਂ ਕਰਦੇ ਨੇ ਅਤੇ ਕਿਸ ਤਰ੍ਹਾਂ ਕਰਦੇ ਨੇ। ਹੁਣ ਮੁਖਤਸਰ ਗੱਲ ਜਿਹੜੀ ਹੈ ਉਹ ਇਹੀ ਹੈ ਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਹੈ ਕਿ ਗਰੀਬਾਂ ਰੱਖੇ ਰੋਜ਼ੇ ਅਤੇ ਦਿਨ ਵੱਡੇ ਆਏ। ਇਹ ਮਾੜੇ ਲੋਕਾਂ ਦੀਆਂ ਖਿਲਾਫ ਇਨਕੁਆਇਰੀਆਂ ਅਤੇ ਉਹਨਾਂ ਨੂੰ ਜਨਾਬ ਵਾਲਾ ਉਹਨਾਂ ਨੇ ਇਨਕੁਆਇਰੀ ਵੀ ਲਾ ਦਿੱਤੀ ਹੈ ਕਿ ਪਤਾ ਕਰੋ ਵੀ ਇਹਨੂੰ ਕਿੰਨੇ ਇੱਥੋਂ ਤੱਕ ਆਉਣ ਇਹਨੂੰ ਕਿੰਨੇ ਦਿੱਤਾ ਹੈ, ਇਹਦੇ ਕੋਲ ਡਰਾਈਵਰ ਲਾਇਸੈਂਸ ਨਹੀਂ। ਉਹ ਬਾਈ ਜਿਹੜੀ ਅੰਬੈਸੀ ਨੇ ਉਹਨੂੰ ਵੀਜ਼ਾ ਦਿੱਤਾ ਹੈ, ਜਿਹੜੀ ਗਵਰਨਮੈਂਟ ਨੇ ਉਹਨੂੰ ਵੀਜ਼ਾ ਦਿੱਤਾ, ਉਹਨਾਂ ਨਹੀਂ ਮੰਗਿਆ ਉਹਦੇ ਕੋਲੋਂ ਲਾਇਸੈਂਸ। ਅਗਰ ਤੁਹਾਡੇ ਚੱਕਲ ਹੋਵੇ ਤਾਂ ਉਹ ਪਿੰਡਾਂ ਦੇ ਬੰਦੇ ਨੇ, ਉਹਨਾਂ ਕੋਲ ਉਹਦਾ ਟਰੱਕ ਉੱਥੇ ਕਿੱਥੋਂ ਆਇਆ ਜਿਹੜਾ ਸਿੱਖਣ? ਉਹ ਬਾਹਰ ਜਾਂਦੇ ਨੇ, ਉੱਥੇ ਕੰਪਨੀਆਂ ਉਹਨਾਂ ਨੂੰ ਸਿਖਾ ਵੀ ਦਿੰਦੀਆਂ ਨੇ, ਲਾਇਸੈਂਸ ਵੀ ਬਣਵਾ ਦਿੰਦੀਆਂ ਨੇ, ਕਿਉਂਕਿ ਸਾਡਾ ਲਾਇਸੈਂਸ ਤੇ ਮੰਨਦੇ ਨਹੀਂ, ਤਾਂ ਉਹ ਆਪਣੀ ਮਜ਼ਦੂਰੀ ਕਰਦੇ ਨੇ। ਲੇਕਿਨ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਜ਼ਮਾਨਾ ਹੀ ਖਰਾਬ ਹੋਇਆ, ਮਾੜੇ ਦੇ ਉੱਤੇ ਇਹਨਾਂ ਚੜ੍ਹਾਈ ਕੀਤੀ ਹੈ। ਅੱਛਾ ਜੀ, ਫਿਰ ਲੋਕੀ ਇਹ ਵੀ ਆਉਂਦੇ ਨੇ ਕਿ ਇਹ ਸ਼ਾਇਦ ਉਹ ਸੰਘੇੜਾ ਨਹੀਂ, ਉਹ ਜਿਹੜਾ ਸੰਘੇੜਾ ਸਾਹਿਬ, ਇਕਬਾਲ ਸੰਘੇੜਾ ਸਾਹਿਬ ਜਿਹੜਾ ADCR, ਉਹ ਜਿਨ੍ਹਾਂ ਨੂੰ ਫਰੰਟਮੈਨ ਆਉਂਦੇ ਨੇ ਇੱਕ ਵਜ਼ੀਰ ਸਾਹਿਬ ਦੇ, ਉਹ ਫਰਾਰ ਹੋਏ ਨੇ ਅੱਜ ਕੱਲ੍ਹ। ਤੋਂ ਕਿਤੇ ਉਹਨਾਂ ਨੂੰ ਨਹੀਂ ਦੇਖਣ ਗਏ ਏਅਰਪੋਰਟ ਤੋਂ, ਕਿ ਉਹ ਤਾਂ ਨਹੀਂ ਚੜ੍ਹਨ ਲੱਗੇ ਕਿਤੇ ਏਅਰਪੋਰਟ ਤੋਂ। ਕੋਈ ਆਉਂਦੇ ਨੇ ਉਹਨਾਂ ਨੂੰ ਚੈੱਕ ਕਰਨ ਗਏ ਸਨ, ਇਹ ਤਾਂ ਹੁਣ ਮੈਨੂੰ ਨਹੀਂ ਪਤਾ। ਦੂਜੇ ਪਾਸੇ ਮੁਹੰਮਦ ਉਮੈਰ ਸਾਹਿਬ ਕਹਿੰਦੇ ਨੇ ਵੀ ਕੋਈ ਬੰਦਾ ਕਿਸੇ ਵਜ਼ੀਰ ਦੀ ATM ਹੋਵੇ, ਸੰਘੇੜਾ ਸਾਹਿਬ ਵਾਲਾ ਇਸ਼ਾਰਾ ਕਰ ਰਹੇ ਨੇ, ਅਤੇ ਫਿਰ ਪੁਲਿਸ ਦੀ ਹਿਰਾਸਤ ਦੇ ਦੌਰਾਨ ਵੀ ਉਹਦਾ ਬੜੇ ਮਹਿੰਗੇ ਥਾਂ ਤੋਂ ਉਹਦੇ ਵਾਲ ਕਟਵਾਏ ਜਾ ਸਕਦੇ ਨੇ। ਦੱਸ ਰਹੇ ਨੇ ਵੀ ਗੁਲਬਰਗ 'ਚ ਉਹਨੂੰ ਪੁਲਿਸ ਲੈ ਕੇ ਆਈ ਉਹਨਾਂ ਨੂੰ, ਅਤੇ ਬੜੇ ਮਹਿੰਗੇ ਸੈਲੂਨ 'ਚੋਂ ਉਹਨਾਂ ਦੇ ਵਾਲ ਸ਼ਾਲ ਕਟਵਾਏ ਗਏ। ਉਸ ਤੋਂ ਬਾਅਦ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ। ਜਾਮੀ ਸਾਹਿਬ ਆਉਂਦੇ ਨੇ, ਉਹਨਾਂ ਨੂੰ ਏਜੰਸੀਆਂ ਚੁੱਕ ਕੇ ਲੈ ਗਈਆਂ ਨੇ, ਅਤੇ ਕਲਾਸਰਾ ਸਾਹਿਬ ਆਉਂਦੇ ਨੇ, ਉਹ ਮੁਲਕ ਤੋਂ ਹੀ ਬਾਹਰ ਚਲੇ ਗਏ ਨੇ। ਹੁਣ ਵੇਖਦੇ ਹਾਂ, ਅੱਲਾ ਹੀ ਖੈਰ ਕਰੇ। ਅਤੇ ਤੀਜਾ ਕੰਮ ਫਿਰ CCD ਵਾਲੇ ਕਰਦੇ ਨੇ, ਬੰਦਾ ਹੀ ਟਪਾ ਦਿੰਦੇ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ। ਅੱਲਾ ਉਹਦੀ ਹਿਫਾਜ਼ਤ ਕਰੇ। ਬਹਰਹਾਲ ਉਹਨੇ ਕਰਪਸ਼ਨ ਕੀਤੀ, ਉਹ ਸਜ਼ਾ ਲੱਭਣੀ ਚਾਹੀਦੀ, ਅਗਰ ਕੀਤੀ ਹੈ ਤਾਂ ਸਾਨੂੰ ਤਾਂ ਨਹੀਂ ਪਤਾ, ਅਤੇ ਅਗਰ ਨਹੀਂ ਕੀਤੀ ਤਾਂ ਉਹਨੂੰ ਛੱਡਣਾ ਚਾਹੀਦਾ। ਅਤੇ ਇਲਜ਼ਾਮ ਉੱਤੇ ਹੈ ਨੇ ਕਿ ਉਹਨੇ ਕਰਪਸ਼ਨ ਕੀਤੀ ਹੈ। ਲੇਕਿਨ ਇਹ ਜਿਹੜੇ ਤਿੰਨ ਸੂਰਤ ਹਾਲ ਨੇ, ਇੱਕ ਸੂਰਤ ਹਾਲ ਹੈ ਕਿ ਉਹ ਭੱਜ ਗਿਆ ਆਪੇ ਹੀ ਪੁਲਿਸ ਦੇ ਕੋਲੋਂ। ਦੂਜੀ ਸੂਰਤ ਹਾਲ ਹੈ ਜਿਹੜੀ ਜਾਮੀ ਸਾਹਿਬ ਆਉਂਦੇ ਨੇ, ਉਹ ਏਜੰਸੀਆਂ ਚੁੱਕ ਕੇ ਲੈ ਗਈਆਂ ਜਿੱਥੋਂ ਵਾਲ ਕਟਾ ਰਿਹਾ ਸੀ ਬੜੇ ਮਹਿੰਗੇ ਸੈਲੂਨ ਤੋਂ। ਉਮੈਰ ਸਾਹਿਬ ਕਹਿੰਦੇ ਨੇ ਵੀ ਉਹ ਸਹੂਲਤ ਤੇ ਖੁਦ ਪੁਲਿਸ ਨੇ ਉਹਨੂੰ ਦਿੱਤੀ ਸੀ। ਅਤੇ ਫਿਰ ਚੌਥੀ ਸੂਰਤ ਹਾਲ ਜਾਂ ਤੀਜੀ ਸੂਰਤ ਹਾਲ ਤੇ ਉਹੀ ਹੈ ਜਿਹੜੀ ਕਿ ਮੇਰਾ ਮਤਲਬ ਹੈ CCD ਵਾਲੀ। ਅੱਲਾ ਹੀ ਖੈਰ ਕਰੇ, ਅਸੀਂ ਇਹਦੇ 'ਤੇ ਕੁਝ ਹੋਰ ਨਹੀਂ ਕਹਿ ਸਕਦੇ। ਅੱਛਾ ਜੀ, ਇਹ ਗੱਲ ਤਾਂ ਹੋ ਗਈ। ਅੱਗੇ ਚਲੋ ਜ਼ਰਾ, ਅਗਲੀ ਖਬਰ ਜਿਹੜੀ ਹੈ ਕਿ ਪੰਜਾਬ ਦੇ ਵਿੱਚ ਦਫਾ 144 ਚੌਥੀ ਵਾਰੀ ਲਾ ਦਿੱਤੀ ਗਈ ਹੈ, ਤੋਸੀਹ ਕਰ ਦਿੱਤੀ ਗਈ। ਮਤਲਬ ਪੰਜਾਬ ਜਦੋਂ ਦਾ ਬਾਜੀ ਦੇ ਰਾਜ 'ਚ ਆਇਆ, ਦਫਾ 144 ਚੱਲ ਰਹੀ ਹੈ। ਜਦੋਂ ਮੁੱਕਦੀ ਹੈ ਉਹਦੀ ਐਕਸਟੈਂਸ਼ਨ ਕਰ ਦਿੰਦੇ ਨੇ। ਮੇਰਾ 90 ਦਿਨਾਂ ਲਈ ਕਰਦੇ ਨੇ ਸ਼ਾਇਦ, ਮੈਨੂੰ ਹੁਣ ਐਗਜ਼ੈਕਟਲੀ ਨਹੀਂ ਪਤਾ, ਅਤੇ ਜਾਂ ਫਿਰ 1 ਮਹੀਨੇ ਲਈ ਕਰਦੇ ਨੇ। ਬਹਰਹਾਲ ਚੌਥੀ ਵਾਰੀ ਤੋਸੀਹ ਕਰ ਦਿੱਤੀ ਹੈ ਦਫਾ 144 ਦੀ। ਮਤਲਬ ਨਾ ਕਿਤੇ ਬੰਦੇ ਇਕੱਠੇ ਹੋ ਸਕਣ, ਨਾ ਕੋਈ ਨਾਰਾ ਮਾਰ ਸਕੇ, ਨਾ ਕੋਈ ਹੋਰ ਕੰਮ ਸਿਆਸੀ ਕੋਈ ਹੋ ਸਕੇ। ਡਰ ਹੀ ਇੰਨਾ ਲੱਗਦਾ ਹੈ ਲੋਕਾਂ ਦੇ ਇਕੱਠੇ ਹੋਣ ਨੂੰ, ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜਿੱਥੇ ਲੋਕੀ ਇਕੱਠੇ ਹੋਏ ਸਾਨੂੰ ਲਿੱਤਰ ਪੌਲਾ ਹੋਣਾ, ਸਾਡੇ ਉੱਤੇ ਸਾਰਾ ਮਾਮਲਾ ਜਿਹੜਾ ਵਰਨਾ ਹੈ। ਇਸ ਵਾਸਤੇ ਇਹਨਾਂ ਨੂੰ ਜਿਹੜੀ ਸਭ ਤੋਂ ਖਤਰਨਾਕ ਇਹਨਾਂ ਦਾ ਮਾਮਲਾ ਹੈ ਉਹ ਇਹੀ ਹੈ ਕਿ ਬੰਦੇ ਕਿਤੇ ਇਕੱਠੇ ਨਾ ਹੋ ਜਾਣ ਤਾਂ ਕਿ ਸਾਡੇ ਲਈ ਮਾਮਲਾ ਖਰਾਬ ਨਾ ਹੋ ਜਾਏ। ਅੱਛਾ ਜੀ, ਅੱਗੋਂ ਖਵਾਜਾ ਸਾਹਿਬ ਆਉਂਦੇ ਨੇ ਕਿ ਮੈਂ 8ਵੀਂ ਵਾਰੀ MNA ਬਣਿਆ, ਮੇਰੀ ਕੋਈ ਪੈਨਸ਼ਨ ਨਹੀਂ, ਕੋਈ ਗੱਡੀ ਨਹੀਂ, ਕੋਈ ਘਰ ਨਹੀਂ। 1991 'ਚ ਮੇਰੀ 15,000 ਤਨਖਾਹ ਸੀ, ਹੁਣ 4.5 ਲੱਖ ਰੁਪਈਆ ਹੈ। ਖੁਦਾ ਨਾ ਖਾਸਤਾ ਕੱਲ੍ਹ ਮੈਂ ਮੁੰਤਖਬ ਨਹੀਂ ਹੁੰਦਾ, ਰਿਟਾਇਰ ਹੋ ਜਾਂ ਸਿਆਸਤ ਤੋਂ, ਤੇ ਮੇਰੀ ਕੋਈ ਪੈਨਸ਼ਨ ਨਹੀਂ। ਅੱਛਾ ਖੈਰ, ਅਮਰੀਕਾ ਦੇ ਵਿੱਚ ਤਾਂ ਸਿਸਟਮ ਬੜਾ ਖੂਬਸੂਰਤ ਹੈ ਕਿ ਜਿਹੜੀ ਪੈਨਸ਼ਨ ਹੈ ਨਾ, ਉਹਦਾ ਇੱਕ ਡਿਪਾਰਟਮੈਂਟ ਹੀ ਅਲੱਗ ਹੈ। ਤੁਸੀਂ ਸਾਰੀ ਉਮਰ ਜਿਹੜਾ ਟੈਕਸ ਦਿੰਦੇ ਹੋ ਉਹਦੇ 'ਚੋਂ ਤੁਹਾਡੀ ਪੈਨਸ਼ਨ ਵੀ ਜਿਹੜੀ ਹੈ ਉਹ ਪੈਨਸ਼ਨ ਵੀ ਕੱਟੀ ਜਾਂਦੀ ਹੈ, ਅਤੇ ਉਹ ਤੁਹਾਨੂੰ ਮਿਲਦੀ। ਤੁਸੀਂ ਮਜ਼ਦੂਰ ਹੋ, ਪਲੰਬਰ ਹੋ, ਤੁਸੀਂ ਪ੍ਰੋਫੈਸਰ ਹੋ, ਇੰਜੀਨੀਅਰ ਹੋ, ਬਿਜ਼ਨਸਮੈਨ ਹੋ, ਕੁਝ ਵੀ ਹੋ, ਤੁਸੀਂ ਆਪਣਾ ਭਾਵੇਂ ਜ਼ਾਤੀ ਕਾਰੋਬਾਰ ਵੀ ਕਰਦੇ ਹੋ, ਫਿਰ ਵੀ ਬੁਢਾਪੇ 'ਚ ਤੁਹਾਨੂੰ ਕੁਝ ਨਾ ਕੁਝ ਪੈਸੇ ਉਸ ਮਹਿਕਮੇ ਵੱਲੋਂ ਲੱਭਦੇ ਨੇ, ਕਿਉਂਕਿ ਸਾਰੀ ਉਮਰ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਹੋ। ਅਤੇ ਖਵਾਜਾ ਸਾਹਿਬ, ਇਹ ਸਿਸਟਮ ਵੀ ਤੁਸੀਂ ਲਿਆਉਣੇ ਸਨ। ਇਹ 8ਵੀਂ ਵਾਰੀ MNA ਹੋ, ਕਿੰਨੀਆਂ ਹਕੂਮਤਾਂ ਕੱਟ ਲਈਆਂ ਨੇ, ਅਤੇ ਇਹ ਮਹਿਕਮਾ ਇੱਕ ਇਹੋ ਜਿਹਾ ਬਣਾਉਣਾ ਚਾਹੀਦਾ ਸੀ। ਅਸੀਂ ਤਾਂ ਬਣਾਉਣਾ ਚਾਹੁੰਦੇ ਸਾਂ, ਸਾਨੂੰ ਵੇਲਾ ਹੀ ਨਹੀਂ ਦਿੱਤਾ ਤੁਸੀਂ। ਇੱਕ ਮਹਿਕਮਾ ਬਣਾਉਣਾ ਚਾਹੀਦਾ ਸੀ ਜਿਹੜਾ ਲੋਕੀ ਉਹਦੇ 'ਚ ਪੈਸੇ ਦੇਣ, ਅਤੇ ਆਖਰ ਦੇ ਉੱਤੇ ਉਹ ਲੋਕਾਂ ਨੂੰ ਪੈਸੇ ਦੇਵੇ ਬੁਢਾਪੇ ਦੇ ਵਿੱਚ। ਲੇਕਿਨ ਖੈਰ, ਖਵਾਜਾ ਸਾਹਿਬ ਇਹ ਨਹੀਂ ਨਾਲ ਦੱਸਣ ਡਿਆ ਵੀ ਜੇ ਤਨਖਾਹ ਐਡੀ ਘੱਟ ਸੀ ਅਤੇ ਹੁਣ ਵੀ ਪੱਲੇ ਕੁਛ ਨਹੀਂ ਆਉਂਦੇ ਹੋ, ਤਾਂ ਐਡੀ ਲੰਮੀ ਚੌੜੀ ਜਾਇਦਾਦ ਅਤੇ ਗੱਡੀਆਂ ਅਤੇ ਮਾਲ ਮੁਕੱਦਮਾ ਅਤੇ ਬੈਂਕ ਬੈਲੈਂਸ ਅਤੇ ਇਹ ਸਾਰਾ ਕੁਝ ਕਿੱਥੋਂ ਬਣਾ ਲਿਆ? ਇਹ ਪੈਨਸ਼ਨ ਭਾਲਦੇ ਫਿਰਦੇ ਹੋ, ਅਸਲ ਦੇ ਵਿੱਚ ਤਾਂ ਮਾਮਲਾ ਤੁਸੀਂ ਕੋਈ ਹੋਰ ਕੀਤਾ ਹੈ। ਖੈਰ ਅੱਗੇ ਚੱਲਦੇ ਹਾਂ ਜੀ। ਫਵਾਦ ਚੌਧਰੀ ਸਾਹਿਬ ਨੇ ਬਿਆਨ ਠੋਕਿਆ। ਉਹਨਾਂ ਨੇ ਕਿਹਾ ਜੀ ਕਿ ਜਨਰਲ ਬਾਜਵਾ ਨੇ ਇੱਕ ਦਿਨ ਇਮਰਾਨ ਖਾਨ ਨੂੰ ਆਖਿਆ, ਗੱਲ ਵੈਸੇ ਠੀਕ ਹੈ ਉਹਨਾਂ ਦੀ, ਯਾਦ ਹੈ ਮੈਨੂੰ ਇਹ ਗੱਲ, ਉਹਨਾਂ ਆਖਿਆ ਜੀ ਕਿ ਸਰ ਤੁਹਾਨੂੰ ਆਰਮੀ ਚੀਫ ਹੋਣਾ ਚਾਹੀਦਾ ਅਤੇ ਮੈਨੂੰ ਵਜ਼ੀਰ ਆਜ਼ਮ ਹੋਣਾ ਚਾਹੀਦਾ।
ਅਜੇ ਵੈਸੇ ਅੱਲਾ ਦਾ ਸ਼ੁਕਰ ਹੈ ਇਸ ਤਰ੍ਹਾਂ ਨਾ ਹੋਇਆ, ਕਿਉਂਕਿ ਖਾਨ ਸਾਹਿਬ ਚਲੋ ਅਗਰ ਆਰਮੀ ਚੀਫ ਹੁੰਦੇ ਉਹ ਤਾਂ ਕੰਮ ਚਲਾ ਹੀ ਲੈਂਦੇ, ਤੇ ਜੇ ਬਾਜਵਾ ਸਾਹਿਬ ਹੁੰਦੇ ਤੇ ਜਿੰਨੀ ਬਾਜਵਾ ਸਾਹਿਬ ਨੂੰ ਝੂਠ ਮਾਰਨ ਦੀ ਚੁਗਲੀ ਕਰਨ ਦੀ ਆਦਤ ਸੀ ਉਨੀ ਤੇ ਮੈਂ ਆਨਾ ਵੀ ਤੰਦੂਰ ਵਾਲੀ ਮਾਈ ਨੂੰ ਆਦਤ ਨਹੀਂ ਹੁੰਦੀ। ਰਿਸ਼ਤੇ ਕਰਾਉਣ ਵਾਲੀਆਂ ਮਾਈਆਂ ਉਹਨੇ ਝੂਠ ਔਰ ਚੁਗਲੀਆਂ ਨਹੀਂ ਕਰਦੇ। ਬਾਜਵਾ ਸਾਹਿਬ ਹੈ ਤੇ ਮਤਲਬ ਉਹ ਮਰਦਾਨਾ ਰਿਸ਼ਤੇ ਕਰਾਉਣ ਵਾਲੀ ਮਾਈ ਸੀ। ਇਸ ਕਦਰ ਚੁਗਲਖੋਰ ਔਰ ਝੂਠੇ ਸਣ ਕੇ ਬੰਦਾ ਬਸ ਮਤਲਬ ਉਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ। ਬੰਦਾ ਹੈਰਾਨ ਹੀ ਹੋ ਜਾਏ ਕਿ ਯਾਰ ਇਸ ਅਹੁਦੇ 'ਤੇ ਬੈਠਾ ਬੰਦਾ ਵੀ ਐਡੇ ਝੂਠ ਮਾਰਦਾ। ਅਤੇ ਜੇ ਉਹ ਕਿਤੇ ਵਜ਼ੀਰ ਆਜ਼ਮ ਹੁੰਦੇ ਤਾਂ ਫਿਰ ਪਤਾ ਨਹੀਂ ਕੀ ਲਿੱਤਰੋ ਲਿੱਤਰੀ ਪੂਰੀ ਕੌਮ ਹੁੰਦੀ। ਅਸੀਂ ਹੋਰ ਕੀ ਕਹਿ ਸਕਦੇ ਸਾਂ। ਅੱਗੇ ਚੱਲਦੇ ਜੀ। ਕਸ਼ਮੀਰ ਦੇ ਵਿੱਚ ਪੀਪਲਸ ਪਾਰਟੀ ਨੇ ਅਤੇ ਨੂਨ ਲੀਗ ਨੇ ਰਲ ਕੇ, ਇਹ ਗੌਰ ਨਾਲ ਤੁਸੀਂ ਜੁਮਲਾ ਗੌਰ ਨਾਲ ਸੁਣਨਾ, ਬਾਅਦ ਦੇ ਵਿੱਚ ਕਨਫਿਊਜ਼ਨ ਨਾ ਹੋ ਜਾਏ। ਪੀਪਲਸ ਪਾਰਟੀ ਅਤੇ ਨੂਨ ਲੀਗ ਨੇ ਰਲ ਕੇ ਪੀਪਲਸ ਪਾਰਟੀ ਦੀ ਅਤੇ ਨੂਨ ਲੀਗ ਦੀ ਹਕੂਮਤ ਸੁੱਟ ਦਿੱਤੀ, ਕਿਉਂਕਿ ਪਹਿਲਾਂ ਵੀ ਗਵਰਨਮੈਂਟ ਪੀਪਲਸ ਪਾਰਟੀ ਅਤੇ ਨੂਨ ਲੀਗ ਦੀ ਇਕੱਠੀ ਸੀ। ਉੱਥੇ ਗਵਰਨਮੈਂਟ ਨੂਨ ਲੀਗ ਔਰ ਪੀਪਲਸ ਪਾਰਟੀ ਦੀ ਇਕੱਠੀ ਸੀ, ਅਤੇ ਫਿਰ ਪੀਪਲਸ ਪਾਰਟੀ ਅਤੇ ਨੂਨ ਲੀਗ ਨੇ ਰਲ ਕੇ ਪੀਪਲਸ ਪਾਰਟੀ ਅਤੇ ਨੂਨ ਲੀਗ ਦੀ ਗਵਰਨਮੈਂਟ ਜਿਹੜੀ ਹੈ ਉਹ ਗਿਰਾ ਦਿੱਤੀ, ਸੁੱਟ ਦਿੱਤੀ, ਅਤੇ ਹੁਣ ਫਿਰ ਪੀਪਲਸ ਪਾਰਟੀ ਅਤੇ ਨੂਨ ਲੀਗ ਨੇ ਰਲ ਕੇ ਨਵੀਂ ਹਕੂਮਤ ਬਣਾ ਲਈ। ਜ਼ਰਾ ਤਾੜੀਆਂ ਨਹੀਂ ਮਾਰ ਸਕਦੇ ਤੁਸੀਂ ਇਸ ਗੱਲ ਦੇ ਉੱਤੇ। ਸਿਰਫ ਫਰਕ ਕੀ ਪਿਆ ਵੀ ਪਹਿਲਾਂ ਵਜ਼ੀਰ ਆਜ਼ਮ ਕੋ ਹੋਰ ਸੀ, ਹੁਣ ਕਿਸੇ ਹੋਰ ਨੂੰ ਬਣਾ ਲਿਆ। ਮਤਲਬ ਇੰਨਾ ਹੀ ਕੰਮ ਹੈ। ਅਤੇ ਇਸ ਕੰਮ ਵਾਸਤੇ ਕਿੱਡੇ ਲੰਮੇ ਪਾਪੜ ਵੇਲੇ ਨੇ ਅਤੇ ਕੀ ਕੁਝ ਕੀਤਾ ਹੈ। ਦਸਤੀ ਮੁਆਵਜ਼ਾ ਲੱਭਿਆ ਵਾਪਸ, ਇਹ ਜ਼ਾਹਿਰ ਹੈ ਫੀਲਡ ਮਾਰਸ਼ਲ ਸਾਹਿਬ ਨੇ ਆਪਣੀ ਜਿਹੜੀ ਐਕਸਟੈਂਸ਼ਨ ਕਰਵਾਈ ਹੈ ਉਹਦੇ ਉੱਤੇ ਉਹਨਾਂ ਨੇ ਦਸਤੀ ਮੁਆਵਜ਼ਾ ਜਿਹੜਾ ਉਹ ਪ੍ਰੋਵਾਈਡ ਕਰ ਦਿੱਤਾ ਇਹਨਾਂ ਨੂੰ ਸਾਰਿਆਂ। ਅੱਛਾ ਜੀ, ਅਗਲੀ ਖਬਰ ਜ਼ਰਾ ਜਿਹੜੇ ਆਪਣੇ ਸਾਦ ਰਫੀਕ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਜੱਜਾਂ ਨੇ ਅਸਤੀਫਾ ਦਿੱਤਾ ਨਾ, ਅਤੇ ਨੂਨ ਲੀਗ ਵਾਲੇ ਜਿਹੜੇ ਰਾਜ਼ੀ ਹੁੰਦੇ ਫਿਰਦੇ ਨੇ ਨਾ ਬੜੇ ਬੜੇ, ਇਹ ਕੋ ਅਕਲ ਨੂੰ ਹੱਥ ਮਾਰਨ। ਉਹਨਾਂ ਨੇ ਕਿਹਾ ਅੱਜ ਜੱਜਾਂ ਨੇ ਅਸਤੀਫਾ ਦਿੱਤਾ, ਕੱਲ੍ਹ ਨੂੰ ਪਾਰਲੀਮੈਂਟ ਦੇ ਵਿੱਚੋਂ ਵੀ ਮੈਂਬਰ ਪਾਰਲੀਮੈਂਟ, ਉਹਨਾਂ ਦਾ ਇਸ਼ਾਰਾ PTI ਵੱਲ ਹੈ, ਇਹ ਵੀ ਅਗਰ ਅਸਤੀਫਾ ਦੇ ਦੇਣਗੇ ਤਾਂ ਇਹ ਜਿਹੜੀਆਂ ਨਵੀਆਂ ਫਾਲਟ ਲਾਈਨਸ ਕ੍ਰੀਏਟ ਹੋ ਰਹੀਆਂ ਨੇ, ਮਤਲਬ ਨਵੀਆਂ ਦਰਾੜਾਂ ਪੈ ਰਹੀਆਂ ਨੇ ਪਾਕਿਸਤਾਨ ਦੀ ਸੁਸਾਇਟੀ ਦੇ ਵਿੱਚ, ਇਹਨਾਂ ਨੂੰ ਗੌਰ ਨਾਲ ਪੜ੍ਹੋ, ਸਮਝੋ, ਅਤੇ ਐਵੇਂ ਹੀ ਜਿਹੜਾ ਉਹ ਬਾਂਦਰ ਤਰ੍ਹਾਂ ਤਮਾਸ਼ਾ ਮਤ ਕਰੋ, ਬਾਂਦਰ ਤਰ੍ਹਾਂ ਛਾਲਾ ਮਤ ਮਾਰੋ, ਅਕਲ ਦੇ ਨਾਲ ਸੋਚੋ ਔਰ ਸਮਝੋ ਕਿ ਇਹ ਜੱਜਸ ਨੇ ਕਿਉਂ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ ਸਾਡੇ ਲਈ ਸੋਚਣ ਦੀ ਲੋੜ ਹੈ, ਇਹਦੇ 'ਤੇ ਗੌਰ ਕਰਨ ਦੀ ਅਤੇ ਇਸ ਕੰਮ ਨੂੰ ਰੋਕਣ ਦੀ ਲੋੜ ਹੈ। ਗੱਲ ਤਾਂ ਉਹਨਾਂ ਚੰਗੀ ਕੀਤੀ ਹੈ, ਲੇਕਿਨ ਬਦਕਿਸਮਤੀ ਨਾਲ ਜੇ ਉਹਨਾਂ ਨੂੰ ਵੀ ਫਾਰਮ 47 'ਤੇ ਜਿਤਾ ਦਿੱਤਾ ਹੁੰਦਾ ਤਾਂ ਉਹਨਾਂ ਵੀ ਗੱਲਾਂ ਉਹੀ ਕਰਨ ਡਏ ਹੋਣਾ ਸੀ ਜਿਹੜੀਆਂ ਇਸ ਵੇਲੇ ਖਵਾਜਾ ਆਸਿਫ ਕਰਨ ਡਿਆ, ਐਹਸਨ ਇਕਬਾਲ ਕਰਨ ਡਿਆ ਜਾਂ ਦੂਜੇ ਕਰਨ ਡਏ ਨੇ। ਕਿਉਂਕਿ ਅਕਲ ਜਿਹੜੀ ਇਹ ਰਿਟਾਇਰਮੈਂਟ ਤੋਂ ਬਾਅਦ ਆਉਂਦੀ ਹੈ, ਬਾਹਰ ਬੈਠਿਆਂ ਗਰਾਊਂਡ ਤੋਂ ਆਉਂਦੀ। ਜਦੋਂ ਬੰਦਾ ਗਰਾਊਂਡ 'ਚ ਬੈਠਾ ਹੁੰਦਾ ਹੈ, ਖੇਡਣ ਡਿਆ ਹੁੰਦਾ, ਉਦੋਂ ਉਹਨੂੰ ਕਿਸੇ ਸੂਰਤ ਵੀ ਅਕਲ ਜਿਹੜੀ ਹੈ ਉਹ ਨਹੀਂ ਆਉਂਦੀ। ਅੱਛਾ ਜੀ, ਅੱਗੋਂ ਅਹਿਮਦ ਨੂਰਾਨੀ ਸਾਹਿਬ ਨੇ ਕਿਹਾ ਹੈ ਕਿ ਤੁਹਾਨੂੰ ਇਹ ਗੱਲ ਪਸੰਦ ਆਏ ਜਾਂ ਨਾ ਆਏ, ਲੇਕਿਨ ਜਿਸ ਤਰ੍ਹਾਂ ਜਨਰਲ ਆਸਿਮ ਮੁਨੀਰ ਦੇ ਖਿਲਾਫ ਅਗਰ ਤੁਸੀਂ ਕੋਈ ਗੱਲ ਕਰੋ ਤਾਂ ਤੁਹਾਡੇ ਖਾਨਦਾਨ ਨੂੰ ਚੁੱਕ ਲਿਆ ਜਾਂਦਾ, ਉਹਨੂੰ ਨੁਕਸਾਨ ਪਹੁੰਚਾਇਆ ਜਾਂਦਾ। ਇਸੇ ਤਰੀਕੇ ਨਾਲ ਅਗਰ ਤੁਸੀਂ ਇਹ ਇਜਾਜ਼ਤ ਦੇ ਦੋਗੇ ਲੋਕਾਂ ਨੂੰ ਕਿ ਉਹ ਸਹਾਫੀਆਂ ਦੇ ਨਾਲ ਇੰਜ ਕਰਨ, ਜੋ ਸ਼ਾਹਜ਼ੇਬ ਖਾਨਜ਼ਾਦਾ ਸਾਹਿਬ ਦੇ ਨਾਲ ਹੋਇਆ, ਉਹਦੇ ਉੱਤੇ ਉਹ ਗੱਲਬਾਤ ਕਰ ਰਹੇ ਨੇ ਕਿ ਜਿਸ ਤਰ੍ਹਾਂ ਆਸਿਮ ਮੁਨੀਰ ਸਾਹਿਬ ਤੇ ਡੰਡੇ ਨਾਲ ਚੁੱਕ ਲੈਂਦੇ ਨੇ ਹਰ ਬੰਦੇ ਨੂੰ ਜਿਹੜਾ ਉਹਨਾਂ ਦੇ ਖਿਲਾਫ ਗੱਲ ਕਰੇ, ਅਤੇ ਇਸੇ ਤਰੀਕੇ ਨਾਲ ਅਗਰ ਸਹਾਫੀ ਕਿਸੇ ਦੇ ਖਿਲਾਫ ਗੱਲ ਕਰੇ ਤਾਂ ਤੁਸੀਂ ਉਹਦੀ ਵੀਡੀਓ ਬਣਾਓ, ਅਤੇ ਇਹ ਵੀ ਓਨਾ ਹੀ ਭੈੜਾ ਕੰਮ ਹੈ। ਨਹੀਂ ਨੂਰਾਨੀ ਸਾਹਿਬ, ਇਹ ਥੋੜ੍ਹੀ ਹੁਣ ਤੁਸੀਂ ਜ਼ਿਆਦਤੀ ਕਰ ਰਹੇ ਹੋ। ਇਹ ਤਾਂ ਫਿਰ ਇਹੀ ਗੱਲ ਹੈ ਕਿ ਤੁਸੀਂ ਜਿਹੜਾ ਕੰਮ ਕਰਦੇ ਹੋ ਉਹ ਵੀ ਓਡਾ ਹੀ ਭੈੜਾ ਹੈ, ਤੁਸੀਂ ਕਹਿਣਾ ਇਹ ਚਾਹ ਰਹੇ ਹੋ, ਅਤੇ ਜਿਹੜਾ ਫਿਰ ਏਜੰਸੀਆਂ ਕਿਸੇ ਦੀ ਵੀਡੀਓ ਲੀਕ ਕਰਦੀਆਂ ਨੇ ਉਹ ਵੀ ਓਡਾ ਹੀ ਭੈੜਾ ਹੈ। ਉਹਨਾਂ ਨੇ ਕਿਹਾ ਇਹ ਹੈ ਕਿ ਤੁਸੀਂ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਖਿਲਾਫ ਤਾਂ ਗੱਲ ਨਹੀਂ ਕਰ ਸਕਦੇ ਜਰਨਲਿਸਟ, ਕਿਉਂਕਿ ਉਹਨਾਂ ਦੇ ਘਰ ਵਾਲੇ ਚੁੱਕੇ ਜਾਂਦੇ ਨੇ, ਅਤੇ ਇਸੇ ਤਰ੍ਹਾਂ ਜਰਨਲਿਸਟ ਖਤਰੇ 'ਚ ਨੇ ਵੀ ਉਹ ਕਿਸੇ ਹੋਰ ਦੇ ਖਿਲਾਫ ਵੀ ਗੱਲ ਨਹੀਂ ਕਰ ਸਕਦੇ, ਕਿਉਂਕਿ ਲੋਕੀ ਫਿਰ ਉਹਨਾਂ ਦੀ ਵੀਡੀਓ ਬਣਾਉਂਦੇ ਨੇ, ਸਵਾਲ ਪੁੱਛਦੇ ਨੇ। ਉਹਨਾਂ ਨੇ ਆਖਿਆ ਦੋਨੋਂ ਭੈੜੀਆਂ ਗੱਲਾਂ ਨੇ। ਨਾ ਨੂਰਾਨੀ ਸਾਹਿਬ, ਐਡੀ ਡੰਡੀ ਨਾ ਮਾਰੋ ਮਿਹਰਬਾਨੀ ਕਰਕੇ, ਇਹ ਗੱਲ ਇਸ ਤਰ੍ਹਾਂ ਨਹੀਂ। ਇਹਦਾ ਮਤਲਬ ਹੈ ਕਿ ਜਦੋਂ ਏਜੰਸੀਆਂ ਕਿਸੇ ਦੀ ਨੰਗੀ ਗੰਦੀ ਵੀਡੀਓ ਜਾਰੀ ਕਰਦੀਆਂ ਨੇ, ਜਾਂ ਤੁਸੀਂ ਕਿਸੇ ਦੇ ਟੈਕਸ ਰਿਟਰਨਸ ਜਾਂ ਦੂਸਰੇ ਦੇ ਉੱਤੇ ਸਟੋਰੀ ਜਾਰੀ ਕਰਦੇ ਹੋ, ਤਾਂ ਦੋਵਾਂ ਨੂੰ ਇੱਕੋ ਬਰਾਬਰ ਕਰ ਦਈਏ ਅਸੀਂ? ਨਾ, ਇਸ ਤਰ੍ਹਾਂ ਨਹੀਂ। ਫੀਲਡ ਮਾਰਸ਼ਲ ਸਾਹਿਬ ਧੱਕਾ ਕਰਦੇ ਨੇ, ਕਿਸੇ ਦੀ ਫੈਮਿਲੀ ਚੁੱਕਦੇ ਨੇ। ਆਮ ਆਵਾਮ ਨੇ ਤਾਂ ਸਵਾਲ ਪੁੱਛਿਆ, ਜਿਵੇਂ ਤੁਹਾਡੇ ਕੋਲ ਸਵਾਲ ਪੁੱਛਣ ਦਾ ਹੱਕ ਹੈ, ਐਵੇਂ ਆਵਾਮ ਦੇ ਕੋਲ ਵੀ ਹੈ। ਇੱਥੋਂ ਦੀ ਅਸ਼ਰਾਫੀਆ ਵੇਖੋ ਆਂਦੀ, ਅਸ਼ਰਾਫੀਆ ਹਰ ਲੈਵਲ ਦੀ ਜ਼ਹਨ 'ਚ ਰੱਖਣਾ। ਇੱਕ ਬਹੁਤ ਉੱਤੇ ਅਸ਼ਰਾਫੀਆ, ਥੱਲੇ ਵੀ ਛੋਟੇ ਫੀਲਡ ਮਾਰਸ਼ਲ ਨੇ। ਹਰ ਬੰਦਾ ਆਪਣੇ ਥਾਂ 'ਤੇ ਫੀਲਡ ਮਾਰਸ਼ਲ ਆਉਂਦਾ, ਮੇਰੇ ਕੋਲ ਸਵਾਲ ਨਾ ਪੁੱਛੋ। ਇਹਨਾਂ ਨੇ ਵੇਖੋ ਰੌਲਾ ਕੀ ਬਣਾਇਆ। ਉਹ ਬੰਦਾ ਆਇਆ, ਉਹਨੇ ਉਹਨਾਂ ਦੇ ਕੋਲੋਂ ਸ਼ਾਹਜ਼ੇਬ ਸਾਹਿਬ ਕੋਲੋਂ ਸਵਾਲ ਪੁੱਛਿਆ। ਸਵਾਲ ਕੀ ਪੁੱਛਿਆ, ਇੱਕ ਵਾਰੀ ਵੀਡੀਓ ਫਿਰ ਵੇਖ ਲਓ। नहीं, ये तो बनानी पड़ेगी ना आप। मैं क्या वीडियो तो बनानी पड़ेगी ना आपकी। आपने जो जलालत की है, जो जलालत की है आपने इमरान खान के खिलाफ, तो आपको शर्म आनी चाहिए। ये आपको बताना चाहता हूँ, समझ आ रही? जलील आदमी, तुमने जो इमरान खान की बीवी के खिलाफ जो किया है, इसको शर्म आनी चाहिए। मैंने ये कहा और मैंने कुछ नहीं कहा। कोई हरासमेंट नहीं है। We just want to talk to you, man.
ਦੇਖ ਲਈ ਜੇ ਉਹਨੇ ਸਵਾਲ ਪੁੱਛਿਆ ਕਿ ਵੀਡੀਓ ਬਣਾਈ, ਉਹਨੇ ਕਿਹਾ ਵੀਡੀਓ ਨਾ ਬਣਾਓ, ਉਹਨੇ ਕਿਹਾ ਜੀ ਵੀਡੀਓ ਤਾਂ ਬਣਾਉਣੀ ਪੈਣੀ, ਤੁਸੀਂ ਬੜੀ ਜ਼ਲਾਲਤ ਕੀਤੀ, ਜ਼ਲੀਲ ਹਰਕਤ ਕੀਤੀ। ਹੁਣ ਸ਼ਾਹਜ਼ੇਬ ਸਾਹਿਬ ਇਸ ਸਟੋਰ ਤੋਂ ਬਾਹਰ ਵੀ ਜਾ ਸਕਦੇ ਸੀ, ਤੇ ਬਾਹਰ ਜਾ ਕੇ ਆਪਣੀ ਬੇਗਮ ਸਾਹਿਬਾ ਨੂੰ ਫੋਨ ਤੇ ਕਹਿੰਦੇ ਕਿ ਬਈ ਇੱਥੇ ਬੰਦਾ ਮੈਨੂੰ ਇੱਕ ਤੰਗ ਕਰ ਰਿਹਾ, ਮੈਂ ਦੂਜੇ ਸਟੋਰ ਚਲਾ ਗਿਆ, ਮੈਂ ਤੈਨੂੰ ਬਾਅਦ 'ਚ ਮਿਲਣਾ ਜਾਂ ਮੈਂ ਬਾਅਦ 'ਚ ਆਉਣਾ ਇੱਧਰ। ਉਹ ਜਾ ਬੁੱਢੀ ਦੇ ਪਿੱਛੇ ਖਲੋਤੇ ਜਾ ਕੇ, ਦੂਸਰੇ ਲਫ਼ਜ਼ਾਂ 'ਚ ਪਿੱਛੇ ਜਾ ਲੁਕੇ ਭਾਬੀ ਸਾਹਿਬਾ ਦੇ, ਤੇ ਭਾਬੀ ਸਾਹਿਬਾ ਨੇ ਅੱਗੋਂ ਮੋਬਾਈਲ ਕੱਢਿਆ ਤੇ ਉਸ ਬੰਦੇ ਦੀ ਵੀਡੀਓ ਬਣਾਉਣਾ ਸ਼ੁਰੂ ਕੀਤੀ। ਹਿਸਾਬ ਬਰਾਬਰ ਹੋ ਗਿਆ। ਲੇਕਿਨ ਨਾਲ ਭਾਬੀ ਸਾਹਿਬਾ ਉਹਨੂੰ ਇਹ ਵੀ ਕਹਿ ਰਹੇ ਨੇ ਵੀ ਹਰਾਸਮੈਂਟ ਹੋ ਰਹੀ ਹੈ। ਬਈ ਸਵਾਲ ਪੁੱਛਣ ਤੇ ਕਿਹੜੀ ਹਰਾਸਮੈਂਟ ਹੈ? ਇਹ ਅਮਰੀਕਾ ਦੇ ਵਿੱਚ ਤੇ ਕੋਈ ਸਵਾਲ ਪੁੱਛਣ ਤੇ ਹਰਾਸਮੈਂਟ ਨਹੀਂ, ਤੁਸੀਂ ਕਿਸੇ ਕੋਲੋਂ ਪੁੱਛ ਸਕਦੇ ਹੋ ਇਸ ਤਰ੍ਹਾਂ, ਫਿਲਮ ਵੀ ਬਣਾ ਸਕਦੇ ਹੋ ਕਿਸੇ ਦੀ ਇਸ ਤਰ੍ਹਾਂ। ਲੇਕਿਨ ਸਾਡੀ ਜਿਹੜੀ ਅਸ਼ਰਾਫੀਆ ਹੈ ਉਹ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਉਹਨਾਂ ਦੇ ਖਿਲਾਫ ਜਿਹੜਾ ਕਿਸੇ ਕਿਸਮ ਦੀ ਆਵਾਜ਼ ਚੁੱਕੋ। ਅੱਗੋਂ ਅਜ਼ਮਾ ਬੁਖਾਰੀ ਸਾਹਿਬਾ ਕਹਿੰਦੀਆਂ ਨੇ ਕਿ ਸ਼ੁਕਰ ਜਿਹੜਾ ਸ਼ਾਹਜ਼ੇਬ ਖਾਨਜ਼ਾਦਾ ਉਹ ਬਾਡੀ ਬਿਲਡਰ ਹੈ, ਉਸ ਦੇ ਬਾਵਜੂਦ ਉਹਨੇ ਕੁਝ ਨਹੀਂ ਕੀਤਾ, ਉਹਨੇ ਤਹਮਲ ਦਾ ਮੁਜ਼ਾਹਰਾ ਕੀਤਾ। ਸ਼ੁਕਰ ਕਰਨ, ਜੇ ਕਿਤੇ ਮੈਂ ਹੁੰਦੀ ਤੇ ਮੈਂ ਪਤਾ ਨਹੀਂ ਕੀ ਕਰ ਦੇਣਾ ਸੀ। ਬਾਜੀ ਤੂੰ ਬਾਡੀ ਬਿਲਡਰ ਹੈ, ਸਾਨੂੰ ਤਾਂ ਪਤਾ ਹੀ ਨਹੀਂ ਸੀ, ਅਸੀਂ ਤਾਂ ਐਵੇਂ ਨਿੱਕੀ ਜੀ ਸਮਝਦੇ ਰਹੇ ਬਾਜੀ ਅਜ਼ਮਾ ਬੁਖਾਰੀ ਨੂੰ। ਲੇਕਿਨ ਚਲੋ ਬਹਰਹਾਲ ਮੇਰਾ ਤਾਂ ਗੱਲ ਤੁਸੀਂ ਵੀ ਕੁਝ ਨਹੀਂ ਸੀ ਕਰ ਲੈਣਾ, ਤੁਸੀਂ ਵੀ ਕੀ ਕਰ ਲੈਣਾ ਸੀ? ਬਾਬਾ ਜੀ ਦਾ ਠੁੱਲੂ ਆਪ ਹੀ ਕਹਿੰਦੇ ਹੋ ਤੁਸੀਂ, ਮੈਂ ਨਹੀਂ ਆਂਦਾ ਇਹ ਗੱਲ, ਤੁਸੀਂ ਆਂਦੇ ਹੋ। ਤੇ ਤੁਸੀਂ ਇਹ ਵੇਖ ਲਓ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਨਾ ਇਹਨਾਂ ਨੇ ਕੌਮ ਪੂਰੀ ਨੂੰ ਅੱਗੇ ਲਾਇਆ ਹੈ ਕਿ ਤੁਸੀਂ ਸਵਾਲ ਕਰ ਲਓ ਤੇ ਉਹ ਸਵਾਲ ਪੁੱਛਣ ਨੂੰ ਵੀ ਐਡਾ ਵੱਡਾ ਗੁਨਾਹ ਬਣਾ ਦਿੰਦੇ ਨੇ ਕਿ ਤੁਹਾਡੀਆਂ ਜਿਹੜਾ ਬੰਦਾ ਉਸ ਬੰਦੇ ਦੀ ਜ਼ਰਾ ਹੱਕ ਦੀ ਗੱਲ ਵੀ ਕਰੇ ਉਹਦੇ ਪਿੱਛੇ ਵੀ ਪੈ ਜਾਂਦੇ ਨੇ ਲਾਠੀ ਲੈ ਕੇ। ਲਓ ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।